ਸੰਗਤ ਟੀਵੀ ਦੇਖ ਰਹੀਆਂ ਸਮੂਹ ਦੇਸ਼ ਵਿਦੇਸ਼ ਦੀਆਂ ਸੰਗਤਾਂ ਗੁਰਫਤਿਹ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਅਸੀਂ ਗੁਰੂ ਨਾਨਕ ਦੇਵ ਚੈਰੀਟੇਬਲ ਹਸਪੀਟਲ ਵਿੱਚ ਮੌਜੂਦ ਹਾਂ, ਜਿੱਥੇ ਕਿ ਆਪ ਸਭ ਤਾਂ ਸੰਗਤਾਂ ਦੇ ਸਹਿਯੋਗ ਸਦਕਾ ਪਿਛਲੇ ਕਾਫੀ ਲੰਬੇ ਸਮੇਂ ਤੋਂ ਗਰੀਬ ਗੁਰਬੇ ਲੋੜਵੰਦ ਪਰਿਵਾਰ ਦੀ ਮੈਡੀਕਲ ਸਹਾਇਤਾ ਕੀਤੀ ਜਾਂਦੀ ਹੈ। ਜੇ ਕਿਸੇ ਨੂੰ ਦਵਾਈ ਦੀ ਲੋੜ ਹੁੰਦੀ ਹੈ, ਉਸ ਦੀ ਦਵਾਈ ਦੇ ਲੈ ਕੇ ਮਦਦ ਕੀਤੀ ਜਾਂਦੀ ਹੈ। ਜੇ ਕਿਸੇ ਨੂੰ ਆਪਰੇਸ਼ਨ ਕਰਵਾਉਣਾ ਹੋਵੇ, ਸੋ ਆਪ ਸਭ ਸੰਗਤਾਂ ਦੇ ਸਦਕਾ ਸੰਗਤ ਏਡ ਮੈਡੀਕਲ ਕੇਅਰ ਫੰਡ ਵੱਲੋਂ ਪਿੰਡਾਂ ਨਗਰਾਂ ਦੇ ਵਿੱਚ ਜਾ ਕੇ ਤੇ ਉਸ ਗਰੀਬ ਗੁਰਬੇ ਲੋੜਵੰਦ ਦੀ ਬਾਂਹ ਫੜੀ ਜਾਂਦੀ ਹੈ। ਤੇ ਫਿਰ ਆਪ ਸਭ ਸੰਗਤਾਂ ਜਿਵੇਂ ਹੀ ਸਾਨੂੰ ਹੁੰਗਾਰਾ ਭਰਦੀਆਂ ਨੇ ਤੇ ਅਸੀਂ ਉਹਨਾਂ ਦਾ ਇਲਾਜ ਸ਼ੁਰੂ ਕਰਵਾ ਦਿੰਦੇ ਹਾਂ। ਸੋ ਅੱਜ ਅਸੀਂ ਜਿਹੜੇ ਖਾਸ ਮਕਸਦ ਨੂੰ ਲੈ ਕੇ ਅੱਜ ਇੱਥੇ ਇਕੱਠੇ ਹੋਏ ਹਾਂ ਗੁਰੂ ਨਾਨਕ ਦੇਵ ਚੈਰੀਟੇਬਲ ਹਸਪੀਟਲ, ਕਿਉਂਕਿ ਆਪ ਸਭ ਸੰਗਤਾਂ ਦੇ ਸਹਿਯੋਗ ਸਦਕਾ ਪਿਛਲੇ ਲੰਬੇਰੇ ਸਮੇਂ ਤੋਂ ਇਹ ਸੇਵਾਵਾਂ ਚੱਲ ਰਹੀਆਂ ਨੇ। ਆਪ ਸਭ ਸੰਗਤਾਂ ਆਪਣੀ ਕਿਰਤ ਕਮਾਈ ਦੇ ਵਿੱਚੋਂ ਦਸਵੰਧ ਕੱਢ ਕੇ ਤੇ ਡਿੱਗਿਆਂ ਨੂੰ ਉਠਾ ਰਹੇ ਜੋ ਗੁਰੂ ਨਾਨਕ ਮਹਾਰਾਜ ਜੀ ਦੇ ਘਰ ਦਾ ਸਿਧਾਂਤ ਹੈ, ਗਰੀਬ ਦਾ ਮੂੰਹ ਗੁਰੂ ਦੀ ਗੋਲਕ, ਉਸ ਸਿਧਾਂਤ ਨੂੰ ਹੋਰ ਵੱਡੇ ਪੱਧਰ ਤੱਕ ਤੁਸੀਂ ਲੈ ਕੇ ਜਾ ਰਹੇ ਹੋ। ਜਿਵੇਂ ਕਿਸੇ ਨੇ ਪੁੱਛਿਆ ਸੀ ਕਿ ਗੁਰੂ ਨਾਨਕ ਦਾ ਘਰ ਕਿਹੜਾ, ਕਹਿੰਦੇ ਜਿਹਦਾ ਖੁੱਲ੍ਹਾ ਵਿਹੜਾ। ਖੁੱਲ੍ਹੇ ਵਿਹੜੇ ਦਾ ਭਾਵ ਉਹ ਕਿਸੇ ਵੀ ਜਾਤ ਮਜ਼ਹਬ ਦਾ ਉੱਥੇ ਫਰਕ ਨਹੀਂ ਕੀਤਾ ਜਾਂਦਾ। ਉੱਥੇ ਜਿਹੜਾ ਵੀ ਸ਼ਰਨ ਆਉਂਦਾ ਹੈ, ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨੂੰ ਆਪ ਉਠਾਉਂਦੇ ਨੇ। ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਬਿਰਧ ਸੁਆਮੀ ਸੰਦਾਂ ਦੇ ਮਹਾਂਵਾਕਾਂ ਅਨੁਸਾਰ ਆਪ ਸਭ ਸੰਗਤਾਂ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਜੀ ਵਰਤ ਰਹੇ ਨੇ। ਇਸੇ ਕਰਕੇ ਆਪ ਜੀ ਦੀ ਸ਼ਰਨ ਦੇ ਵਿੱਚ ਜੋ ਵੀ ਆਸ ਲੈ ਕੇ, ਗੁਰੂ ਸਾਹਿਬ ਦਾ ਆਸਰਾ ਲੈ ਕੇ ਤੇ ਆਪ ਜੀ ਦੇ ਅੱਗੇ ਅਰਜ਼ ਕਰਦਾ ਹੈ, ਆਪ ਸਭ ਸੰਗਤਾਂ ਉਸ ਨੂੰ ਨਿਰਾਸ਼ ਨਹੀਂ ਕਰਦੀਆਂ ਤੇ ਆਪਣੀ ਕਿਰਤ ਕਮਾਈ ਦੇ ਵਿੱਚੋਂ ਦਸਵੰਧ ਕੱਢ ਕੇ ਗਰੀਬ ਗੁਰਬੇ ਲੋੜਵੰਦ ਦੀ ਸਹਾਇਤਾ ਕਰਦੇ ਨੇ। ਸੋ ਪਿਛਲੇ ਕਾਫੀ ਲੰਮੇ ਸਮੇਂ ਤੋਂ ਭੈਣ ਮਨਦੀਪ ਕੌਰ ਨੂਰ ਦੀ ਪਿੰਡ ਦੇ ਰਹਿਣ ਵਾਲੇ ਸਨ ਜਿਹੜੇ, ਤੇ ਉਹਨਾਂ ਨੂੰ ਕਾਫੀ ਦਿੱਕਤ ਸੀ, ਸਿਰ ਦੇ ਵਿੱਚ ਉਹਨਾਂ ਦੇ ਪ੍ਰੋਬਲਮ ਸੀ। ਬਚਪਨ ਤੋਂ ਹੀ ਉਹਨਾਂ ਨੂੰ ਦੌਰੇ ਪੈਂਦੇ ਸਨ ਤੇ ਜਿਵੇਂ ਹੀ ਸਾਡੀ ਪੂਰੀ ਟੀਮ ਨੂੰ ਪਤਾ ਲੱਗਾ ਤੇ ਅਸੀਂ ਜਾ ਕੇ ਮਿਲਿਆ ਤੇ ਆਪ ਸਭ ਸੰਗਤਾਂ ਨੇ ਜਿਵੇਂ ਹੁੰਗਾਰਾ ਭਰਿਆ ਤੇ ਫਿਰ ਅਸੀਂ ਭੈਣ ਮਨਦੀਪ ਕੌਰ ਨੂੰ ਐਡਮਿਟ ਕਰਵਾਇਆ ਗਿਆ ਸੀ ਤੇ ਹੁਣ ਕਾਫੀ ਠੀਕ ਨੇ ਭੈਣ ਮਨਦੀਪ ਕੌਰ ਜੀ ਤੇ ਉਹਨਾਂ ਦਾ ਇਲਾਜ ਜਿਹੜਾ ਵਾ ਉਹ ਚੱਲ ਰਿਹਾ ਹੈ। ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਹਾਲ ਹੈ ਭੈਣ ਜੀ ਤੁਹਾਡਾ? ਹੁਣ ਭਾਜੀ ਠੀਕ ਆ ਤਾਂ ਭਾਜੀ, ਪਰ ਮੈਨੂੰ ਵਿੱਚ ਪਤਾ ਨਹੀਂ ਲੱਗਦਾ ਕਿੱਦਾਂ ਹੋ ਜਾਂਦੀ, ਢਿੱਲੀ ਹੋ ਜਾਂਦੀ, ਪਤਾ ਨਹੀਂ ਲੱਗਾ। ਬਾਕੀ ਬਹੁਤ ਜ਼ਿਆਦਾ ਜੋ ਨਿੱਕੀ ਜਿਹੀ ਛੋਟੀ ਜਿਹੀ ਸਾਨੂੰ ਪਤਾ ਨਹੀਂ ਲੱਗਾ ਤੇ ਸਿਰ 'ਚ ਸੱਟ ਹੀ ਕਿਤੇ, ਤੇ ਅਸੀਂ ਤਾਂ ਕਦੇ ਕੋਈ ਡਾਕਟਰ ਨਹੀਂ ਛੱਡਿਆ, ਕੋਈ ਸਿਆਣਾ ਨਹੀਂ ਛੱਡਿਆ, ਜਿੱਥੇ ਮਰਜ਼ੀ ਘਰ ਦੇ ਲੈ ਜਾਂਦੇ ਰਹੇ ਆ। ਕੋਈ ਕਹਿੰਦਾ ਨੂੰ ਉਹ ਕਰ ਲਿਆ, ਕੋਈ ਕਹਿੰਦਾ ਉਹ ਕਰ ਲਿਆ। ਫਿਰ ਬਾਅਦ 'ਚ ਜਦੋਂ ਹੁਣ ਢਿੱਲੀ ਹੋਈ ਆਣ ਕੇ ਤਾਂ ਉੱਥੋਂ ਕਿਤੇ ਗਈਆਂ ਸੀ ਮਾਤਾ ਮੇਰੀ ਨਾਲ ਦੀ, ਅਤੇ ਬਿਮਾਰ ਹੋ ਗਈ ਜ਼ਿਆਦਾ। ਹਸਪਤਾਲ ਵੀ ਇੱਥੇ ਖੜਿਆ ਸਿਟੀ ਹਸਪਤਾਲ, ਉਹਨਾਂ ਵੀ ਪੈਸੇ ਪੂਸੇ ਵਾਹਵਾ ਲਾਏ ਪਰ ਨਹੀਂ ਮਤਲਬ ਵੀ, ਅਤੇ ਮੁੜ ਕੇ ਸਾਨੂੰ ਇੱਥੇ ਪਾਤਸ਼ਾਹ ਨੇ ਲੈਣ ਦਾ। ਅਤੇ ਚਲੋ ਇਹਨਾਂ ਨਾਲ ਸੰਗਤ ਨਾਲ ਵਜਨ ਹੋ ਗਿਆ ਅਤੇ ਇਹਨਾਂ ਨੇ ਇਲਾਜ ਨਾਲ ਸੰਗਤ ਨੇ ਬਹੁਤ ਧੰਨਵਾਦ ਹੈ ਸੰਗਤ ਦੇ, ਜਿਨ੍ਹਾਂ ਨੇ ਇਹਦੀ ਵਿਚਾਰੀ ਦੋਹਰੀ ਇਹਦਾ ਜਨਮ ਹੋਇਆ। ਇਹਦਾ ਬਹੁਤ ਜ਼ਿਆਦਾ ਢਿੱਲੀ ਹੋ ਗਈ ਵਿਚਾਰੀ ਅਤੇ ਇਹਦਾ ਤਾਂ ਬਹੁਤਾ ਮੰਦਾ ਹਾਲ ਹੋ ਗਿਆ। ਇਹ ਤਾਂ ਸਾਰੇ ਕਹਿੰਦੇ ਵੀ ਇਹਨੇ ਵਜਣਾ ਨਹੀਂ ਜਾਪਦਾ। ਰਿਸ਼ਤੇਦਾਰ ਭੈਣ ਭਰਾ ਜਿਹੜੇ ਪਤਾ ਲੈਣ ਆਉਂਦੇ ਉਹ ਵੀ ਆਂਦੇ ਨਹੀਂ ਮੁਸ਼ਕਿਲ ਹੀ ਆ। ਅਤੇ ਹੁਣ ਤਾਂ ਤੁਰੀ ਫਿਰਦੀ ਆ, ਰੋਟੀ ਪਾਣੀ ਵੀ ਖਾਂਦੀ ਆ ਅਤੇ ਤੁਰ ਪੈਂਦੀ ਆ ਥੋੜ੍ਹਾ ਬਹੁਤਾ, ਅਤੇ ਨਾਲ ਦਵਾਈ ਚੱਲਣ ਡਈ ਨਾਲ ਇਹਦੀ। ਅੱਗੇ ਨਾਲੋਂ ਕਾਫੀ ਸੁਧਾਰ ਹੈ ਸਿਹਤ ਦੇ ਵਿੱਚ। ਜਿੱਦਾਂ ਅੱਗੇ ਡਿੱਗ ਪੈਂਦੇ ਸੀ ਵੀ ਬਚਪਨ ਤੋਂ ਇਹ ਸੱਟ ਸੀ ਅਤੇ ਇਹ ਦੌਰੇ ਪੈਣ ਲੱਗ ਪਏ। ਫਿਰ ਵਿਆਹੇ ਵੀ ਗਏ ਅਤੇ ਸਹੁਰੇ ਪਰਿਵਾਰ ਦੇ ਕੋਲ ਰਹੇ, ਪਰ ਜਦੋਂ ਇਹਨਾਂ ਦੇ ਪਤੀ ਨੇ ਕੰਮ 'ਤੇ ਜਾਣਾ ਅਤੇ ਪਿੱਛੋਂ ਦੌਰਾ ਪੈਣ ਦੇ ਨਾਲ ਡਿੱਗ ਪੈਂਦੇ ਸੀ। ਅਤੇ ਦੋਵਾਂ ਪਰਿਵਾਰਾਂ ਦੀ ਸਹਿਮਤੀ ਦੇ ਸਦਕਾ, ਕਿਉਂਕਿ ਇਹਨਾਂ ਦੇ ਪਿਤਾ ਜੀ ਸਨ ਅਤੇ ਉਹਨਾਂ ਦੀ ਸਹਿਮਤੀ ਦੇ ਨਾਲ ਫਿਰ ਇਹ ਆਪਣੇ ਕੋਲ ਲੈ ਆਏ ਅਤੇ ਬਾਅਦ ਵਿੱਚ ਸੰਗਤ ਏਡ ਮੈਡੀਕਲ ਕੇਅਰ ਫੰਡ ਦੇ ਨਾਲ ਇਹਨਾਂ ਦੀ ਸਾਂਝ ਪਈ ਅਤੇ ਆਪ ਸਭ ਸੰਗਤਾਂ ਦੇ ਸਹਿਯੋਗ ਸਦਕਾ ਫਿਰ ਗੁਰੂ ਨਾਨਕ ਦੇਵ ਚੈਰੀਟੇਬਲ ਹਸਪੀਟਲ ਦੇ ਵਿੱਚ ਹੀ ਭੈਣ ਮਨਦੀਪ ਕੌਰ ਹੁਣਾਂ ਦਾ ਇਲਾਜ ਹੋਇਆ। ਲਗਭਗ 5.5 ਲੱਖ ਰੁਪਈਆ ਲੱਗ ਚੁੱਕਾ ਸੀ ਭੈਣ ਜੀ ਦੇ ਇਲਾਜ ਦੇ ਉੱਪਰ। ਫਿਰ ਉਹਦੇ ਤੋਂ ਬਾਅਦ ਦਵਾਈ ਕਾਫੀ ਮਹਿੰਗੀ ਸੀ, ਨਾਲ ਇੱਕ ਵਾਰੀ 10,000 ਦੀ, ਫਿਰ 7,000 ਦੀ, ਫਿਰ 7,000 ਦੀ। ਸੋ ਐਡਾ ਵੱਡਾ ਖਰਚਾ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਸਭ ਸੰਗਤਾਂ ਦੇ ਸਹਿਯੋਗ ਸਦਕਾ ਹੀ ਨੇਪਰੇ ਚੜ੍ਹਿਆ। ਸੋ ਆਪ ਸਭ ਸੰਗਤਾਂ ਦੇ ਚਰਨਾਂ ਦੇ ਵਿੱਚ ਇਹੀ ਬੇਨਤੀ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਕਿ ਇਹੋ ਜਿਹੇ ਪਰਿਵਾਰਾਂ ਦੇ ਵਿੱਚ ਆਪ ਜੀ ਦੇ ਵੱਲੋਂ ਜਿਹੜਾ ਦਸਵੰਧ ਕੀਤਾ ਜਾਂਦਾ ਉਹ ਥਾਂ ਹੀ ਲਾਇਆ ਜਾਂਦਾ ਹੈ। ਸੋ ਇਹ ਕਰਕੇ ਆਪ ਸਭ ਸੰਗਤਾਂ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਜਿਵੇਂ ਆਪ ਸਭ ਸੰਗਤਾਂ ਭੈਣ ਮਨਦੀਪ ਕੌਰ ਹੋਣਾ ਦਾ ਅੱਗੇ ਸਾਥ ਦਿੱਤਾ ਵਾ,
ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਹੋਰ ਸਾਥ ਦਿਓਗੇ, ਕਿਉਂਕਿ ਹਾਲੇ ਲੰਮਾ ਸਮਾਂ ਇਹਨਾਂ ਦੀ ਦਵਾਈ ਚੱਲਣੀ ਹੈ ਤੇ ਖਰਚੇ ਬਹੁਤ ਵੱਡੇ ਨੇ। ਸੋ ਇਹ ਜਿਹੜੀਆਂ ਸਾਰੀਆਂ ਹੀ ਸੇਵਾਵਾਂ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਸਭ ਸੰਗਤਾਂ ਦੇ ਸਦਕਾ ਹੀ ਨੇਪਰੇ ਚੜ੍ਹ ਸਕਦੀਆਂ ਨੇ। ਤੇ ਆਪ ਸਭ ਸੰਗਤਾਂ ਦੇ ਅੱਗੇ ਇਹੀ ਬੇਨਤੀ ਹੈ ਕਿ ਆਪ ਜਿੱਦਾਂ ਭੈਣ ਮਨਦੀਪ ਕੌਰ ਹੁਣਾਂ ਦਾ ਬਾਂਹ ਫੜੀ ਸੀ ਅੱਗੇ, ਤੇ ਇਦਾਂ ਹੀ ਫੜਦੇ ਰਹੋਗੇ। ਸੋ ਗੁਰੂ ਪਿਆਰੀ ਸੰਗਤ ਜੀ, ਇਹ ਨੇ ਭੈਣ ਕਮਲੇਸ਼ ਕੌਰ ਜੀ, ਜਿਨ੍ਹਾਂ ਦਾ ਕਿ ਪਿਛਲੇ ਕੁਝ ਦਿਨ ਪਹਿਲਾਂ ਹੀ ਕੰਨ ਦਾ ਆਪਰੇਟ ਹੋਇਆ ਆਪ ਸਭ ਸੰਗਤਾਂ ਦੇ ਸਹਿਯੋਗ ਸਦਕਾ। ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ, ਅੱਗੇ ਨਾਲੋਂ ਸਿਹਤ ਦੇ ਵਿੱਚ ਕਿੰਨਾ ਕੁ ਸੁਧਾਰ ਹੈ? ਹਾਂਜੀ, ਅੱਗੇ ਨਾਲੋਂ ਠੀਕ ਆ ਕੰਨ। ਪਹਿਲਾਂ ਜ਼ਿਆਦਾ ਵਗਦਾ ਸੀ ਕੰਨ, ਹੁਣ ਠੀਕ ਆ। ਦਰਦ ਹੁੰਦੀ ਥੋੜੀ ਥੋੜੀ ਕੰਨ 'ਚ। ਹਾਂਜੀ। ਡਾਕਟਰ ਸਾਹਿਬ ਉਹਨਾਂ ਨੇ ਕਿੰਨੇ ਕੁ ਦਿਨਾਂ ਨੂੰ ਕਿਹਾ ਵਾ ਕਿ ਹੁਣ ਟੈਂਕੇ ਖੁੱਲ੍ਹਣਗੇ? ਹਾਂਜੀ, 18 ਤਰੀਕ ਨੂੰ ਬੁਲਾਇਆ ਉਹਨਾਂ ਨੇ ਟਾਂਕੇ ਖੋਲ੍ਹਣ ਨੂੰ। ਹੁਣ ਤੇ ਬਹੁਤ ਸੁਧਾਰ ਹੈ, ਮਤਲਬ ਕਿ ਫਰਕ ਆ ਹੁਣ ਪੀੜ ਨੂੰ। ਹਾਂਜੀ, ਤੇ ਦਵਾਈ ਚੱਲ ਲੈਂਦੀ ਆ। ਟਾਂਕੇ ਖੁੱਲ੍ਹਣੇ ਆ, 18 ਤਰੀਕ ਨੂੰ ਸੱਦਿਆ ਸੀ ਜੀ, ਤੇ ਟਾਂਕੇ ਖੋਲ੍ਹਣ ਤੋਂ ਬਾਅਦ ਦਵਾਈ ਚੱਲੂਗੀ, ਹੋਰ ਡਾਕਟਰ ਸਾਹਿਬ ਆਉਂਦੇ ਆ। ਤੇ ਮੈਂ ਬਹੁਤ ਧੰਨਵਾਦ ਕਰਦਾ ਵਾਂ ਸੰਗਤ ਏਟ ਦਾ, ਜਿਨ੍ਹਾਂ ਨੇ ਇੰਨਾ ਸਹਿਯੋਗ ਦਿੱਤਾ ਵਾ। ਜੋ ਸੰਗਤ ਏਟ ਨੇ ਕੀਤਾ ਰਲ ਕੇ ਸਾਰਿਆਂ ਨੇ, ਮੈਂ ਬਹੁਤ ਧੰਨਵਾਦੀ ਹਾਂ ਸਾਰਿਆਂ ਦਾ ਜੀ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਭੈਣ ਕਮਲੇਸ਼ ਕੌਰ ਦੇ ਪਤੀ ਸਨ, ਜਿਨ੍ਹਾਂ ਨੇ ਆਪ ਸਭ ਸੰਗਤਾਂ ਦਾ ਧੰਨਵਾਦ ਕੀਤਾ ਹੈ। ਕਿਉਂਕਿ ਪਰਿਵਾਰ ਦੇ ਵਿੱਚ ਕਮਾਉਣ ਵਾਲੇ ਭੈਣ ਜੀ ਉਹਨਾਂ ਦੇ ਜਿਹੜੇ ਹਸਬੈਂਡ ਉਹ ਇਕੱਲੇ ਹੀ ਨੇ। ਇਹਨਾਂ ਦੇ 2 ਬੱਚੇ ਨੇ ਤੇ ਆਪ ਮਜ਼ਦੂਰੀ ਕਰਦੇ ਨੇ। ਤੇ ਪਰਿਵਾਰ ਨੂੰ ਅੱਜ ਦੇ ਸਮੇਂ ਦੇ ਵਿੱਚ ਜਿੰਨੀ ਮਹਿੰਗਾਈ ਹੈ, 2 ਵਕਤ ਦੀ ਰੋਟੀ ਖਵਾਉਣੀ ਹੀ ਔਖੀ ਹੈ। ਤੇ ਫਿਰ ਇੰਨੇ ਵੱਡੇ ਖਰਚੇ ਜਿਹੜੇ ਸੀ ਭਾਜੀ ਹੁਣੀ ਆਪ ਸਭ ਸੰਗਤਾਂ ਦੇ ਸਹਿਯੋਗ ਸਦਕਾ ਹੀ ਪੂਰੇ ਕਰ ਸਕੇ ਨੇ। ਤੇ ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਜੀ ਦੇ ਜਿਹੜਾ ਦਸਵੰਧ ਹੈ ਉਹ ਇਹੋ ਜਿਹੇ ਪਰਿਵਾਰਾਂ ਦੇ ਵਿੱਚ ਜਾ ਕੇ ਵੰਡਿਆ ਜਾਂਦਾ ਹੈ ਤਾਂ ਜੋ ਹੋਰ ਗਰੀਬ ਗੁਰਬੇ ਲੋੜਵੰਦ ਪਰਿਵਾਰ ਦੀ ਸਹਾਇਤਾ ਕੀਤੀ ਜਾਵੇ। ਤੇ ਇੱਥੇ ਸਾਡੇ ਨਾਲ ਭੈਣ ਜੀ ਹਰਜਿੰਦਰ ਕੌਰ ਵੀ ਜੀ ਨੇ। ਉਹ ਭੈਣ ਜੀ, ਸੰਗਤ ਦੀ ਜਾਣਕਾਰੀ ਲਈ ਆਪ ਜੀ ਨੂੰ ਪੁੱਛਦਾ, ਇਹ ਕਿਵੇਂ ਸੱਟ ਲੱਗ ਗਈ ਸੀ? ਮੈਂ ਕੰਮ ਕਰਦੀ ਸਾਂ, ਮਿਸਤਰੀਆਂ ਮਗਰ ਦਿਹਾੜੀ ਕਰਦੇ ਰਹੇ। ਮੇਰਾ ਪਤੀ ਹੈ ਨਹੀਂ ਸੀ ਤੇ ਮੈਂ ਫਿਰ ਆਪਣੇ ਕਰਕੇ ਕੰਮ ਧੰਦਾ ਮੈਂ ਆਪਣੇ ਬੱਚਿਆਂ ਨੂੰ ਪਾਲਦੀ ਸਾਂ ਤੇ ਮੇਰੇ ਸੱਟ ਲੱਗ ਗਈ। ਮੈਂ ਬੜੇ ਧੱਕੇ ਖਾਧੇ, ਕਦੀ ਕਿਤੇ ਮੇਰਾ ਕਿਤੇ ਉਹ ਨਹੀਂ, ਮੈਨੂੰ ਫਰਕ ਨਹੀਂ ਪਿਆ। ਫਿਰ ਇੱਥੇ ਆਏ, ਇੱਥੋਂ ਕਰਦਿਆਂ ਤੇ ਸੰਗਤ ਦੇ ਨਾਲ ਸਾਡਾ ਸੰਯੋਗ। ਮੈਂ ਬਹੁਤ ਧੰਨਵਾਦ ਕਰਦੇ ਸੰਗਤ ਦਾ, ਫਿਰ ਮੇਰਾ ਅੱਗੇ ਵੀ ਇਲਾਜ 'ਚ। ਭੈਣ ਜੀ, ਕਿੰਨੇ ਕੁ ਦੀ ਦਵਾਈ ਤੁਹਾਨੂੰ ਮਹੀਨੇ ਦੇ? ਦਵਾਈ ਮਹਿੰਗੀ ਬੜੀ ਆਉਂਦੀ ਆ ਤੇ ਮੈਂ ਇੰਨੀ ਮਹਿੰਗੀ ਲੈ ਨਹੀਂ ਸਕਦੀ। ਮੇਰਾ ਮਹਾਂ ਘਰ ਦਾ ਹੀ ਸਰਦਾ ਵਾ ਤੇ ਮੈਂ ਇੰਨੀ ਮਹਿੰਗੀ ਦਵਾਈ ਖਾ ਨਹੀਂ ਸਕਦੀ ਜੀ। ਹੁਣ ਜਿਵੇਂ ਤੁਸੀਂ ਤੇ ਬਿਮਾਰ ਪਏ ਜੇ, ਜਿਵੇਂ ਕਹਿੰਦੇ ਸੀ ਕਿ ਤੁਹਾਡੇ ਹਸਬੈਂਡ ਨਹੀਂ ਹੈਗੇ ਘਰ ਵਾਲੇ, ਤੇ ਪਰਿਵਾਰ ਦੇ ਵਿੱਚ ਮੈਂ ਮਿਸਤਰੀਆਂ ਮਗਰ ਜਾ ਕੇ ਮਜ਼ਦੂਰੀ ਕਰਦੀ ਸੀ ਤੇ ਜਿਹਦੇ ਨਾਲ ਸੱਟ ਲੱਗ ਗਈ। ਹੁਣ ਤੇ ਤੁਸੀਂ ਲੰਮਾ ਸਮਾਂ ਹੁਣ ਬੈੱਡ ਰੈਸਟ ਤੇ ਜੇ, ਦਵਾਈ ਜਿਵੇਂ ਚੱਲਦੀ, ਤੇ ਫਿਰ ਘਰ ਦਾ ਗੁਜ਼ਾਰਾ ਕਿਵੇਂ ਚੱਲਦਾ ਹੈ? ਘਰ ਦਾ ਮੇਰਾ ਬੱਚਾ ਛੋਟਾ ਵਾ ਵਿਚਾਰਾ, ਕਿੱਦਾਂ ਮਾੜਾ ਮੋਟਾ ਮਿਹਨਤ ਮਜ਼ਦੂਰੀ ਕਰਦਾ, ਉਹਦੇ ਸਿਰੋਂ ਅਸੀਂ ਮਾੜਾ ਚੰਗਾ ਟਾਈਮ ਪਾਸ ਕਰਦੇ। ਮੈਂ ਦਵਾਈ ਖਾ ਨਹੀਂ ਸਕਦੀ ਤੇ ਅਜੇ ਦਵਾਈ ਲਵਾਂ ਸਮਾਂ ਚੱਲਣੀ ਆ ਤੇ ਮੈਂ ਇੰਨਾ ਚਿਰ ਕਿੱਥੋਂ ਖਾਵਾਂਗੀ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਭੈਣ ਹਰਜਿੰਦਰ ਕੌਰ ਹੁਣਾਂ ਨੇ ਆਪ ਜੀ ਨੂੰ ਬੜੇ ਹੀ ਦੁਖੀ ਹਿਰਦੇ ਦੇ ਨਾਲ ਆਪਣੇ ਮਨ ਦੀ ਜਿਹੜੀ ਵਡੰਬਣਾ ਆਪ ਜੀ ਦੇ ਨਾਲ ਸਾਂਝੀ ਕੀਤੀ ਹੈ। ਕਿ ਸਿਆਣੇ ਕਹਿੰਦੇ ਹੁੰਦੇ ਨੇ ਕਿ ਜਦੋਂ ਸਿਰ ਤੋਂ ਪਤੀ ਦਾ ਸਾਇਆ ਉੱਠ ਜਾਵੇ ਤੇ ਫਿਰ ਉਹ ਔਰਤ ਲਈ ਆਪਣੇ ਜੀਵਨ ਦਾ ਨਿਰਵਾਹ ਕਰਨਾ ਬੜਾ ਹੀ ਔਖਾ ਹੁੰਦਾ ਹੈ। ਤੇ ਇਹਨਾਂ ਦੀਆਂ 3 ਬੱਚੀਆਂ ਨੇ ਤੇ 1 ਬੇਟਾ ਹੈ। ਐਡੀ ਵੱਡੀ ਪਰਿਵਾਰ ਦੀ ਜ਼ਿੰਮੇਵਾਰੀ, ਤੇ ਫਿਰ ਆਪ ਇਹ ਮਜ਼ਦੂਰੀ ਕਰਦੇ ਸਨ, ਹੁਣ ਮੰਜੇ 'ਤੇ ਨੇ ਤੇ ਘਰ ਦਾ ਜਿਹੜਾ ਗੁਜ਼ਾਰਾ ਹੈ ਮਸਾਂ ਹੀ ਇਹਨਾਂ ਦਾ ਬੇਟਾ ਜਿਹੜਾ ਵਾ ਮਜ਼ਦੂਰੀ ਕਰਕੇ ਕਿਸੇ ਵੀ ਤਰੀਕੇ ਦੇ ਨਾਲ ਕਰਦੇ ਨੇ। ਤੇ ਆਪ ਸਭ ਸੰਗਤਾਂ ਦੇ ਚਰਨਾਂ ਦੇ ਵਿੱਚ ਬੇਨਤੀ, ਚਰਨਾਂ ਦੇ ਅੱਗੇ ਬੇਨਤੀ ਹੈ ਕਿ ਗੁਰੂ ਪਿਆਰੀ ਸਾਧ ਸੰਗਤ ਜੀ, ਭੈਣ ਹਰਜਿੰਦਰ ਕੌਰ ਹੁਣਾਂ ਦਾ ਆਪਰੇਟ ਹੋ ਚੁੱਕਿਆ ਹੈ, ਪਰ ਡਾਕਟਰ ਸਾਹਿਬ ਹੁਣਾਂ ਨੇ ਦੱਸਿਆ ਸੀ ਕਿ ਬੜਾ ਲੰਮਾ ਸਮਾਂ ਇਹਨਾਂ ਦੀ ਦਵਾਈ ਚੱਲਣੀ ਹੈ। ਤੇ ਦਵਾਈ ਵੀ 1 ਮਹੀਨੇ ਦੀ ਸ਼ਾਇਦ 10 ਤੋਂ 12,000 ਰੁਪਏ ਦੀ ਆਉਂਦੀ ਹੈ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਜਿਹੜਾ ਐਡਾ ਵੱਡਾ ਖਰਚਾ ਇਹ ਆਪ ਸਭ ਸੰਗਤਾਂ ਦੇ ਸਹਿਯੋਗ ਸਦਕਾ ਹੀ ਅਗਾਂਹ ਤੁਰ ਸਕਦਾ ਹੈ। ਤੇ ਆਪ ਸਭ ਸੰਗਤਾਂ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਜਿਵੇਂ ਆਪ ਇੰਨਿਆਂ ਪਰਿਵਾਰਾਂ ਦਾ ਸਾਥ ਅੱਗੇ ਦਿੱਤਾ ਹੈ, ਤੇ ਇਵੇਂ ਹੀ ਜਿਹੜੇ ਆ ਬੈਠੇ ਨੇ ਪਰਿਵਾਰ ਅੱਜ ਇਸ ਗੁਰੂ ਨਾਨਕ ਦੇਵ ਚੈਰੀਟੇਬਲ ਹਸਪੀਟਲ ਦੇ ਵਿੱਚ ਸੰਗਤੀ ਰੂਪ ਦੇ ਵਿੱਚ, ਇਹਨਾਂ ਦੀ ਵੀ ਅਗਾਂਹ ਬਾਂਹ ਫੜਦੇ ਰਹੋਗੇ।
ਸੋ ਇਹ ਨੇ ਭੈਣ ਕਰਮਜੀਤ ਕੌਰ। ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਭੈਣ ਜੀ ਹੁਣੀ ਵੀ ਹਫਤੇ ਬਾਅਦ ਮਹੀਨੇ ਬਾਅਦ ਚੈੱਕਅਪ 'ਤੇ ਆਉਂਦੇ ਨੇ। ਭੈਣ ਜੀ ਕਿੰਨਾ ਕੁ ਅੱਗੇ ਨਾਲੋਂ ਸਿਹਤ ਦੇ ਵਿੱਚ ਸੁਧਾਰ ਹੈ? ਜੀ ਅੱਗੇ ਨਾਲੋਂ ਫਰਕ ਆ। ਵੈਸੇ ਦਵਾਈ ਹਲੇ ਚੱਲੀ ਜਾਂਦੀ ਹੈ ਮੇਰੀ, ਤੇ ਮੈਡਮ ਨੇ 21 ਦਿਨਾਂ ਦੀ ਦਵਾਈ ਦਿੱਤੀ ਸੀਗੀ, ਤੇ ਅੱਜ ਦਵਾਈ ਲੈਣ ਆਈ ਹਾਂ ਮੈਂ। ਤੇ ਵੈਸੇ ਥੋੜ੍ਹਾ ਬਹੁਤ ਫਰਕ ਪਿਆ ਵਾ ਅੱਗੇ ਨਾਲੋਂ। ਮੈਡਮ ਨੇ ਦੱਸਿਆ ਸੀਗਾ ਵੀ ਇਹ ਦਵਾਈ ਨਾਲ ਫਰਕ ਪੈ ਜਾਊਗਾ ਤੇ ਆਪਰੇਸ਼ਨ ਕਰਾਉਣ ਦੀ ਲੋੜ ਨਹੀਂ ਪੈਣੀ ਗੀ, ਤੇ ਜੇ ਫਰਕ ਨਹੀਂ ਪੈਂਦਾ ਤੇ ਫਿਰ ਆਪਰੇਸ਼ਨ ਕਰਾਉਣਾ ਪਊਗਾ। ਤੇ ਦਵਾਈ ਬਹੁਤ ਮਹਿੰਗੀ ਹੁੰਦੀ ਹੈ। ਪਹਿਲਾਂ ਟੈਸਟ ਵੀ ਕੀਤੇ ਸੀਗੇ, ਉਹ ਵੀ ਵਾਹਵਾ ਮਹਿੰਗੇ ਹੋਏ। ਵੀ ਪਹਿਲਾਂ ਜਦੋਂ ਮੇਰੀ ਕੰਡੀਸ਼ਨ ਠੀਕ ਸੀਗੀ ਉਦੋਂ ਮੈਂ ਇਲਾਜ ਕਰਾ ਲੈਂਦੀ ਸੀ ਪਾਸੇ, ਉਹ ਦਵਾਈ ਵੀ ਲੈਂਦੀ ਰਹੀ ਹਾਂ। ਤੇ ਪਰ ਉਦੋਂ ਬਾਅਦ 'ਚ ਵੀ ਘਰ ਦੀ ਹਾਲਤ ਥੋੜ੍ਹੀ ਜਿਹੀ ਮੰਦੀ ਪੈ ਗਈ, ਵੀ ਕਮਾਈ ਵੀ ਬਹੁਤ ਘੱਟ ਆ। ਵੀ ਮੇਰੇ 2 ਬੇਟੀਆਂ ਤੇ 1 ਬੇਟਾ ਵਾ, ਤੇ ਕਮਾਉਣ ਵਾਲੇ ਇਕੱਲੇ ਜਣੇ ਆ, ਤੇ ਜਿਹਦੇ ਸਦਕੇ ਵੀ ਸਾਤੋਂ ਘਰ ਦਾ ਗੁਜ਼ਾਰਾ ਹੀ ਮਸਾਂ ਹੁੰਦਾ ਸੀਗਾ, ਤਾਂ ਦਵਾਈ ਨਹੀਂ ਲੈ ਪਾਉਂਦੀ ਸੀਗੀ। ਤੇ ਹੁਣ ਜ਼ਿਆਦਾ ਪ੍ਰੋਬਲਮ ਵੱਧ ਗਈ ਸੀ, ਇਸ ਕਰਕੇ ਸੰਗਤ ਨਾਲ ਅਸੀਂ ਇੱਥੇ ਆ ਕੇ ਜੁੜੇ ਹਾਂ ਹੌਸਪੀਟਲ ਦੇ ਵਿੱਚ। ਤੇ ਮੇਰੇ ਫਿਰ ਦਵਾਈ ਵੀ ਚਾਲੂ ਕੀਤੀ ਆ। ਤੇ ਪਰ ਮੈਂ ਦਿਲੋਂ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੂੰਗੀ, ਵੀ ਜਿਹੜੇ ਆਪਦੀ ਕਿਰਤ ਕਮਾਈ ਦੇ ਵਿੱਚੋਂ ਵੀ ਸਾਡੇ ਵਰਗੇ ਜਿਹੜੇ ਹੈਗੇ ਵੀ ਆਪਣਾ ਇਲਾਜ ਨਹੀਂ ਕਰਾ ਪਾਉਂਦੇਗੇ, ਉਹਨਾਂ ਲਈ ਆਪਦੀ ਮਿਹਨਤ ਦੀ ਕੀਤੀ ਕਮਾਈ ਦੇ ਵਿੱਚੋਂ ਵੀ ਸਾਰੀ ਸੰਗਤ ਦਾ ਇਲਾਜ ਕਰਾਉਣ ਨੂੰ ਦਿੰਦੇ ਆ। ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੂੰਗੀ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਭੈਣ ਕਰਮਜੀਤ ਕੌਰ ਹੁਣਾਂ ਨੇ ਆਪ ਸਭ ਸੰਗਤਾਂ ਦਾ ਧੰਨਵਾਦ ਕੀਤਾ ਹੈ ਕਿ ਜੋ ਪੰਜਾਬ ਦੇ ਹਾਲਾਤ ਨੇ, ਇੰਨੀ ਮਹਿੰਗਾਈ ਦੇ ਵਿੱਚ ਇਹਨਾਂ ਦੇ ਜਿਹੜੇ ਪਤੀ ਨੇ ਉਹ ਪੱਠੇ ਦੇ ਉੱਪਰ ਕੰਮ ਕਰਦੇ ਨੇ ਤੇ ਮਹੀਨੇ ਦਾ 6,000 ਰੁਪਈਆ ਕਮਾਉਂਦੇ ਨੇ। ਵੈਸੇ ਭੈਣ ਜੀ ਹੁਣਾਂ ਦੀਆਂ ਜਿਹੜੀਆਂ 2 ਬੱਚੀਆਂ ਨੇ, 1 ਬੇਟਾ ਹੈ, ਤੇ ਦੋਵੇਂ ਬੱਚੀਆਂ ਹੀ ਗੁਰਸਿੱਖ ਨੇ ਤੇ ਦਮਾਲਾ ਸਜਾਉਂਦੀਆਂ ਨੇ। ਤੇ ਗੁਰੂ ਪਿਆਰੀ ਸਾਧ ਸੰਗਤ ਜੀ, ਐਸੀਆਂ ਵੀ ਰੂਹਾਂ ਨੇ ਪੰਜਾਬ ਦੇ ਵਿੱਚ ਜਿਹੜੀਆਂ ਆਪਣੇ ਵਿਰਸੇ ਨੂੰ ਤੇ ਗੁਰੂ ਨਾਨਕ ਮਹਾਰਾਜ ਜੀ ਨੇ ਜਿਹੜਾ ਸਿਧਾਂਤ ਦੱਸਿਆ ਹੈ ਉਹਨੂੰ ਹੋਰ ਵੱਡੇ ਪੱਧਰ 'ਤੇ ਲੈ ਕੇ ਜਾ ਰਹੀਆਂ ਨੇ। ਜਿਵੇਂ ਆਪ ਸਭ ਸੰਗਤਾਂ ਸੰਗਤ ਏਡ ਮੈਡੀਕਲ ਕੇਅਰ ਫੰਡ ਦੇ ਸਹਿਯੋਗ ਦਿੰਦੀਆਂ ਨੇ, ਤੇ ਆਪ ਸਭ ਸੰਗਤਾਂ ਦੇ ਸਹਿਯੋਗ ਸਦਕਾ ਗਰੀਬ ਗੁਰਬੇ ਲੋੜਵੰਦ ਪਰਿਵਾਰ ਦੀ ਸਹਾਇਤਾ ਕੀਤੀ ਜਾਂਦੀ ਹੈ। ਸੋ ਅੱਜ ਇਹ ਸਾਰੇ ਹੀ ਪਰਿਵਾਰ ਇੱਥੇ ਗੁਰੂ ਨਾਨਕ ਦੇਵ ਚੈਰੀਟੇਬਲ ਹੌਸਪੀਟਲ ਇਕੱਠੇ ਹੋਏ ਨੇ। ਡਾਕਟਰ ਸਾਹਿਬ ਉਹਨਾਂ ਨੂੰ ਚੈੱਕਅਪ ਕਰਾਉਣ, ਕਈਆਂ ਦੀ ਦਵਾਈ ਜਿਹੜੀ ਹੈ ਉਹ ਚੱਲ ਰਹੀ ਹੈ। ਇੱਥੇ ਹੀ ਅੱਜ ਸਾਡੇ ਕੋਲ ਭੈਣ ਪਲਵਿੰਦਰ ਕੌਰ ਵੀ ਅੱਜ ਗੁਰੂ ਨਾਨਕ ਦੇਵ ਚੈਰੀਟੇਬਲ ਹੌਸਪੀਟਲ ਆਏ ਨੇ। ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਕੀ ਹਾਲ ਹੈ ਅੱਗੇ ਨਾਲੋਂ ਸਿਹਤ ਦਾ? ਹਾਂਜੀ ਵੀਰ ਜੀ, ਅੱਗੇ ਮੇਰੇ ਨਾ ਬਹੁਤ ਤਕਲੀਫ ਸੀ, ਮੇਰੇ ਕੋਲ ਦਵਾਈ ਨਹੀਂ ਲਿੱਤੀ ਜਾਂਦੀ, ਤੇ ਮੈਂ ਘਰਾਂ ਦੇ ਕੰਮ ਕਰਦੀ, 7 ਘਰਾਂ ਦੇ ਮੈਂ ਕੰਮ ਕਰਦੀ ਸੀ, ਤੇ ਆਪਣਾ ਗੁਜ਼ਾਰਾ ਮਸਾਂ ਹੀ ਕਰਦੀ ਸੀ, ਕਿਉਂਕਿ ਮੇਰੇ ਸਿਰ ਤੇ 2 ਲੱਖ ਦਾ ਕਰਜ਼ਾ ਵਾ, ਤੇ ਉਹ ਮੈਂ ਲਾਉਣਾ ਵਾ। ਤੇ ਵੀਰ ਜੀ ਮੇਰੇ ਨਾ ਇੱਕੋ ਹੀ ਬੇਟੀ ਆ ਮੇਰੀ, ਤੇ ਉਹਨੂੰ ਮੈਂ ਪੜ੍ਹਾਉਂਦੀ ਵੀ ਮੇਰੀ ਜ਼ਿੰਮੇਵਾਰੀ ਆ, ਕਿਉਂਕਿ ਬਾਪ ਇਹਦਾ ਸਿਰ ਤੇ ਨਹੀਂ ਆ, ਤੇ ਸਾਰੀਆਂ ਜ਼ਿੰਮੇਵਾਰੀਆਂ ਮੈਂ ਹੀ ਚੁੱਕਦੀ ਆ ਕਰਦੀਆਂ। ਤੇ ਮੈਨੂੰ ਹੀ ਫਿਕਰ ਆ ਧੀਆਂ ਦਾ, ਤੁਹਾਨੂੰ ਪਤਾ ਕਿੰਨਾ ਮਾਂ ਪਿਓ ਨੂੰ ਫਿਕਰ ਹੁੰਦਾ ਵਾ। ਇਸ ਕਰਕੇ ਮੇਰੇ ਕੋਲ ਦਵਾਈ ਨਹੀਂ ਸੀ ਜੇ ਲਈ ਜਾਂਦੀ, ਤੇ ਮੈਂ ਆਪਣਾ ਇਹਨਾਂ ਨੇ ਵੀਰ ਜੀ ਹੋਣਾ ਨਾਲ ਵੀ ਮਤਲਬ ਕਿਸੇ ਨਾਲ ਗੱਲ ਕੀਤੀ ਵੀ ਮੈਂ ਦਵਾਈ ਨਹੀਂ ਖਾ ਸਕਦੀ। ਇਹਨਾਂ ਦੇ ਸੰਯੋਗ ਨਾਲ ਅੱਜ ਮੈਂ ਆਪਣੀ ਦਵਾਈ ਕਰਾ ਰਹੀ ਹਾਂ। ਮੈਂ ਇਹਨਾਂ ਦਾ ਬਹੁਤ ਬਹੁਤ ਦਿਲੋਂ ਧੰਨਵਾਦ ਕਰਦੀ ਹਾਂ, ਜਿਨ੍ਹਾਂ ਨੇ ਮੇਰੀ ਇੱਥੋਂ ਤੱਕ ਬਾਂਹ ਫੜੀ ਤੇ ਮੇਰਾ ਇਲਾਜ ਕਰਾਇਆ, ਕਿਉਂਕਿ ਜੇ ਮੇਰਾ ਇਲਾਜ ਨਾ ਹੁੰਦਾ ਤੇ ਅੱਜ ਨੂੰ ਮੈਂ ਸਾਰੀ ਗੱਲ ਜਾਣਾ ਸੀ, ਜਿਸ ਤਰ੍ਹਾਂ ਦੀ ਮੇਰੇ ਕਨੈਕਸ਼ਨ ਹੋ ਗਈ ਸੀ। ਮੈਂ ਇਹਨਾਂ ਵੀਰਾਂ ਦਾ ਤੇ ਗੁਰੂ ਸਿੱਖਾਂ ਦਾ ਮੈਂ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੀ ਹਾਂ ਵੀ ਪ੍ਰਮਾਤਮਾ ਇਹਨਾਂ ਨੂੰ ਬਹੁਤਾ ਦੇਵੇ, ਜਿਨ੍ਹਾਂ ਨੇ ਸਾਡੀ ਬਾਂਹ ਫੜੀ ਤੇ ਮੇਰਾ ਇਲਾਜ ਕਰਾਇਆ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਭੈਣ ਪਲਵਿੰਦਰ ਕੌਰ ਹੁਣਾਂ ਨੇ ਵੀ ਆਪਣੇ ਘਰ ਦੇ ਹਾਲਾਤ ਜਿਹੜੇ ਆਪ ਸਭ ਸੰਗਤਾਂ ਦੇ ਨਾਲ ਸਾਂਝੇ ਕੀਤੇ ਨੇ। ਭੈਣ ਜੀ ਉਹਨਾਂ ਦਾ ਕਾਫੀ ਸਮੇਂ ਪਹਿਲਾਂ ਹੀ ਇਹਨਾਂ ਦਾ ਵੀ ਘਰ ਵਾਲਾ ਜਿਹੜਾ ਸੀ ਉਹ ਗੁਜ਼ਰ ਚੁੱਕਿਆ ਸੀ, ਤੇ ਇਹਨਾਂ ਦੇ ਸਹੁਰੇ ਪਰਿਵਾਰ ਨੇ ਇਹਨਾਂ ਨੂੰ ਘਰੋਂ ਕੱਢ ਦਿੱਤਾ ਸੀ ਕਿ ਇਹਨਾਂ ਦਾ ਕੋਈ ਬੇਟਾ ਨਹੀਂ, ਕਿਉਂਕਿ ਇਹਨਾਂ ਦੀ ਇਕੱਲੀ ਬੇਟੀ ਹੈ, ਤੇ ਜ਼ਮੀਨ ਜਾਇਦਾਦ ਦੇ ਵਿੱਚ ਵੀ ਕੋਈ ਇਹਨਾਂ ਨੂੰ ਹਿੱਸਾ ਨਹੀਂ ਦਿੱਤਾ। ਫਿਰ ਇਹਨਾਂ ਦੇ ਭੈਣ ਭਰਾਵਾਂ ਨੇ, ਹੋਰ ਰਿਸ਼ਤੇਦਾਰਾਂ ਨੇ ਇਕੱਠੇ ਕਰਕੇ ਪੈਸੇ ਤੇ ਇਹਨਾਂ ਨੂੰ ਜਗ੍ਹਾ ਲੈ ਕੇ ਦਿੱਤੀ ਤੇ ਘਰ ਬਣਾ ਕੇ ਦਿੱਤਾ। ਹੁਣ ਭੈਣ ਜੀ ਹੁਣੀ 6-7 ਘਰਾਂ ਦਾ ਆਪ ਕੰਮ ਕਰਦੇ ਨੇ, ਤੇ ਜਿਹਦੀ ਮਹੀਨੇ ਦੀ ਇਨਕਮ ਆ ਉਹ 2,500 ਰੁਪਇਆ ਹੈ। ਉਹਦੇ ਵਿੱਚ ਗੁਰੂ ਪਿਆਰੀ ਸਾਧ ਸੰਗਤ ਜੀ ਇਹਨਾਂ ਨੇ ਘਰ ਦਾ ਰਾਸ਼ਨ ਵੀ ਲਿਆਉਣਾ ਹੈ, ਬਿਜਲੀ ਦਾ ਬਿੱਲ, ਫਿਰ ਇਹਨਾਂ ਦੀ 1 ਬੱਚੀ ਏ ਉਹਨੂੰ ਪੜ੍ਹਾਉਣਾ ਵੀ ਹੈ। ਇਹ ਇੰਨੇ ਵੱਡੇ ਖਰਚੇ ਜਿਹੜੇ ਗੁਰੂ ਪਿਆਰੀ ਸਾਧ ਸੰਗਤ ਜੀ ਉਹ 2,500 ਦੇ ਵਿੱਚ ਆਪ ਸਭ ਸੰਗਤਾਂ ਸੋਚ ਹੀ ਸਕਦੇ ਕਿੰਨੀ ਔਖੀ ਗੱਲ ਏ।
ਤੇ ਉਹ ਜੇ ਵਿਖੜੇ ਹਾਲਾਤਾਂ ਦੇ ਵਿੱਚ ਇਹਨਾਂ ਨੇ ਆਪਣੀ ਦਵਾਈ ਵੀ ਲੈਣੀ ਹੈ, ਕਿਉਂਕਿ ਇਹਨਾਂ ਨੂੰ ਚਮੜੀ ਦਾ ਰੋਗ ਹੈ ਕਾਫੀ ਸਮੇਂ ਤੋਂ। ਤੇ ਹੁਣ ਜਿਹੜੇ ਏਡੇ ਵੱਡੇ ਖਰਚੇ ਆ ਗੁਰੂ ਪਿਆਰੀ ਸਾਧ ਸੰਗਤ ਜੀ, ਮਹਿੰਗਾਈ ਦੇ ਦੌਰ ਦੇ ਵਿੱਚ ਹੋਰ ਹੀ ਨਹੀਂ ਪੂਰੇ ਹੁੰਦੇ, ਤੇ ਫਿਰ ਬੰਦਾ ਆਪਣੀ ਦਵਾਈ ਕਿੱਥੋਂ ਲਊਗਾ। ਸੋ ਇਸ ਕਰਕੇ ਇਹਨਾਂ ਨੇ ਭੈਣ ਪਲਵਿੰਦਰ ਕੌਰ ਹੁਣਾਂ ਨੇ ਆਪਣੇ ਜਿਹੜੀ ਸੀ ਦੁੱਖ ਦਾ ਪ੍ਰਗਟਾਵਾ ਆਪ ਸਭ ਸੰਗਤਾਂ ਦੇ ਚਰਨਾਂ ਦੇ ਅੱਗੇ ਰੱਖਿਆ ਸੀ ਕਿ ਮੇਰੀ ਮਦਦ ਕੀਤੀ ਜਾਵੇ। ਸੋ ਆਪ ਸਭ ਸੰਗਤਾਂ ਨੇ ਇਹਨਾਂ ਦਾ ਸਾਥ ਦਿੱਤਾ ਤੇ ਹੁਣ ਭੈਣ ਪਲਵਿੰਦਰ ਕੌਰ ਹੁਣਾਂ ਦੀ ਜਿਹੜੀ ਇਹ ਦਵਾਈ ਹੈ ਉਹ ਗੁਰੂ ਨਾਨਕ ਦੇਵ ਚੈਰੀਟੇਬਲ ਹਸਪੀਟਲ ਦੇ ਵਿੱਚੋਂ ਚੱਲ ਰਹੀ ਹੈ। ਤੇ ਸਾਡੇ ਕੋਲ ਭਾਜੀ ਪਰਮਜੀਤ ਸਿੰਘ ਵੀ ਹੈ, ਪਿੰਡ ਝਡੇਰ ਦੇ, ਜਿਹੜੇ ਪੱਠੇ ਤੇ ਕੰਮ ਕਰਦੇ ਨੇ। ਭਾਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਜੀ ਕਿੰਨਾ ਕੁ ਸਿਹਤ ਦੇ ਵਿੱਚ ਫਰਕ ਹੈ ਹੁਣ ਭੈਣ ਰਣਜੀਤ ਕੌਰ ਜੀ ਹੁਣਾਂ ਦੇ? ਸਿਹਤ ਦੇ ਵਿੱਚ ਭਾਈ ਜਦੋਂ ਦੀ ਦਵਾਈ ਚੱਲਦੀ ਵੀ ਕੁਝ ਫਰਕ ਹੈਗਾ ਜੀ। ਤੇ ਬਾਕੀ ਡਾਕਟਰ ਸਾਹਿਬ ਕਹਿੰਦੇ ਕਿ ਅਲਟਰਾਸਾਊਂਡ ਕਰਵਾਇਆ ਤੇ ਉਹਦੇ ਵਿੱਚ ਡਾਕਟਰ ਸਾਹਿਬ ਕਹਿੰਦੇ ਕਿ ਜੇ ਤਾਂ ਦਵਾਈ ਨਾਲ ਫਰਕ ਪੈ ਜਾਏਗਾ ਠੀਕ ਹੈ, ਤੇ ਨਹੀਂ ਤਾਂ ਫਿਰ ਤੁਹਾਡਾ ਆਪਰੇਸ਼ਨ ਕੀਤਾ ਜਾਏਗਾ। ਤੇ ਬਾਕੀ ਸੰਗਤਾਂ ਦੇ ਸਹਿਯੋਗ ਨਾਲ ਸਭ ਕੁਝ ਚੱਲ ਰਿਹਾ ਹੈ। ਹਾਂਜੀ, ਸਾਡੇ ਤੋਂ ਇੰਨੀ ਗੁੰਜਾਇਸ਼ ਨਹੀਂ ਹੈਗੀ ਕਿ ਅਸੀਂ ਇਲਾਜ ਕਰਵਾ ਸਕੀਏ, ਬਹੁਤ ਪੈਸਾ ਪਹਿਲਾਂ ਜਾ ਚੁੱਕੇ ਹਾਂ ਜੀ। ਸੋ ਵੀਰ ਪਰਮਜੀਤ ਸਿੰਘ ਹੁਣੇ ਵੀ ਆਪ ਜੀ ਦੇ ਸੰਗਤ ਜੀ ਚਰਨਾਂ ਦੇ ਵਿੱਚ ਬੇਨਤੀ ਕਰਦੇ, ਕਿਉਂਕਿ ਇਹਨਾਂ ਦੇ ਜਿਹੜੇ ਸਿੰਘਣੀ ਨੇ ਪਿਛਲੇ 12 ਸਾਲ ਤੋਂ ਉਹਨਾਂ ਨੂੰ ਪੱਥਰੀ ਦੀ ਪ੍ਰੋਬਲਮ ਹੈ। ਲਗਭਗ ਕਾਫੀ ਡਾਕਟਰਾਂ ਤੋਂ, ਕਾਫੀ ਹਸਪਤਾਲਾਂ ਦੇ ਵਿੱਚ ਜਾ ਕੇ ਉਹਨਾਂ ਨੇ ਦਵਾਈ ਖਾਧੀ, ਪਰ ਉਹਨਾਂ ਨੂੰ ਕੋਈ ਫਰਕ ਨਹੀਂ ਪਿਆ। ਅਖੀਰ ਤੇ ਡਾਕਟਰ ਸਾਹਿਬ ਹੋਣਾ ਨੇ ਓਪਰੇਟ ਦਾ ਇਹਨਾਂ ਨੂੰ ਕਿਹਾ, ਪਰ ਇਹ ਭੱਠੇ 'ਤੇ ਕੰਮ ਕਰਦੇ ਨੇ। ਇਹਨਾਂ ਦੀਆਂ ਵੀ 2 ਬੇਟੀਆਂ ਨੇ ਤੇ 1 ਬੇਟਾ ਹੈ, ਤੇ ਪਰਿਵਾਰ ਨੂੰ ਜਿੱਥੇ ਹੋਰ ਲੋੜਾਂ ਪੂਰੀਆਂ ਕਰਨੀਆਂ ਹੈ ਉੱਥੇ ਫਿਰ ਇਲਾਜ ਦਾ ਇੰਨਾ ਪੈਸਾ ਕੱਢਣਾ ਬੜਾ ਹੀ ਔਖਾ ਹੈ। ਇਸ ਕਰਕੇ ਇਹਨਾਂ ਨੇ ਵੀ ਆਪ ਸਭ ਸੰਗਤਾਂ ਦੇ ਚਰਨਾਂ ਦੇ ਵਿੱਚ ਬੇਨਤੀ ਰੱਖੀ ਕਿ ਸਾਡੀ ਮਦਦ ਕੀਤੀ ਜਾਵੇ। 3 ਦਿਨ ਹੋ ਗਿਆ ਭੀੜ ਦੇ ਨਾਲ ਫੇਰ ਤੜਫਣ ਦਈ ਨੂੰ। ਮੈਂ ਪਿੰਡੋਂ ਟੀਕੇ ਬਹੁਤ ਲਵਾਏ, ਵਿੱਚ ਇਸੇ ਦਵਾਈ ਦੇ ਵਿੱਚ ਟੀਕੇ ਲਵਾਉਣ ਦਈ ਹਾਂ ਭਾਈ। ਪਰਸੋਂ 14 ਦਾ ਉੱਕਾ ਫਰਕ ਨਾ ਪੈਣ ਦਿਆ ਵੀ, ਮੈਂ ਤਾਂ ਬਹੁਤ ਜ਼ਿਆਦਾ ਰੋਣ ਲੱਗੀ। ਮੈਂ ਤਾਂ ਕਿੰਨੀ ਜ਼ਿਆਦਾ ਮੈਨੂੰ ਪੜਦਾ ਪਾ ਦੇ ਤੇ ਜਾਂ ਬਸ ਮੇਰਾ ਸਹੀ ਆਰਾਮ ਕਰ ਦੇ। ਕੱਲ੍ਹ ਮੇਰੇ ਬੱਚੇ ਰੋਂਦੇ ਸੀ ਜਦੋਂ ਮੇਰੇ ਨਾਲ ਭੀੜ ਹੋਈ। ਘਰੇ ਮੇਰੇ ਕੋਈ ਨਹੀਂ ਹੈਗਾ, ਬਸ ਇੱਕ ਬੇਟੀ ਵੱਡੀ ਰੋਂਦੀ, ਕਦੀ ਐਂ ਨੂੰ ਜਾਂਦੀ ਕਦੀ ਐਂ ਨੂੰ ਜਾਂਦੀ। ਕਹਿੰਦੀ ਮੰਮਾ ਤੈਨੂੰ ਕੀ ਹੁੰਦਾ ਹੈ? ਮੁੜ ਕੇ ਪਾਪਾ ਉਹਦੇ ਨੂੰ ਬਾਹਰੋਂ ਫੋਨ ਕਰਕੇ ਆਈ, ਪਾਪਾ ਘਰੇ ਆ ਜਾ, ਮੰਮੀ ਠੀਕ ਨਹੀਂ। ਫਿਰ ਪਾਪਾ ਆਏ ਤੇ ਫਿਰ ਆਣ ਕੇ ਉਹਨਾਂ ਨੇ ਦਵਾਈ ਬੂਟੀ ਦਵਾਈ ਮੈਨੂੰ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਜਿੰਨੇ ਵੀ ਮਰੀਜ਼ਾਂ ਦੀ ਆਪ ਸਭ ਸੰਗਤਾਂ ਦੇ ਸਹਿਯੋਗ ਸਦਕਾ ਦਵਾਈ ਚੱਲ ਰਹੀ ਹੈ, ਅੱਜ ਆਪ ਸਭ ਸੰਗਤਾਂ ਦੇ ਉਹਨਾਂ ਨੂੰ ਰੂਬਰੂ ਕਰਾਇਆ ਗਿਆ ਹੈ। ਤੁਸੀਂ ਦੇਖ ਹੀ ਸਕਦੇ ਹੋ ਸਾਰਿਆਂ ਪਰਿਵਾਰਾਂ ਦੇ ਜਿਹੜੇ ਹਾਲਾਤ ਨੇ ਉਹ ਕਿੰਨੇ ਹੀ ਗੰਭੀਰ ਨੇ। ਗਰੀਬੀ ਦੇ ਨਾਲ ਜੂਝ ਰਹੇ ਨੇ ਤੇ ਆਪਣੇ ਪਰਿਵਾਰਾਂ ਦੇ ਵਿੱਚ ਗੁਜ਼ਾਰਾ ਕਰ ਰਹੇ ਨੇ, ਤੇ ਫਿਰ ਵੀ ਹੌਸਲਾ ਨਹੀਂ ਛੱਡ ਰਹੇ। 2-3 ਭੈਣਾਂ ਨੇ ਜਿਨ੍ਹਾਂ ਦੇ ਸਿਰ ਦੇ ਉੱਪਰੋਂ ਉਹਨਾਂ ਦੇ ਪਤੀ ਦਾ ਸਾਇਆ ਚੁੱਕਿਆ ਗਿਆ ਹੈ। ਕਿਸੇ ਦੀਆਂ 2 ਧੀਆਂ ਹੈ, ਕਿਸੇ ਦੀਆਂ 3 ਧੀਆਂ ਨੇ, ਪਰ ਫਿਰ ਵੀ ਅੱਜ ਜਿੰਨੀ ਮਹਿੰਗਾਈ ਹੈ, ਕੱਲ੍ਹ ਨੂੰ ਉਹਨਾਂ ਨੂੰ ਵਿਆਹੁਣਾ ਪੜ੍ਹਾਉਣਾ, ਇਹ ਸਾਰੇ ਖਰਚੇ ਕਿੰਨੇ ਵੱਡੇ ਨੇ। ਬਾਬੇ ਨਜ਼ਮੀ ਦੇ ਕੁਝ ਬੋਲ ਬੜੇ ਕਮਾਲ ਦੇ ਨੇ। ਉਹ ਕਹਿੰਦਾ ਨੇ ਜਣੇ ਖਣੇ ਦਾ ਅੱਜ ਹੀ ਹੋਇਆ ਧੀਆਂ ਲਈ, ਧੀਆਂ ਕੋਲੋਂ ਲੁਕ ਲੁਕ ਰੋਇਆ ਧੀਆਂ ਲਈ। ਉੱਚਾ ਕੱਦ ਸੀ ਆਪਣੀ ਜੂਹ ਦੇ ਲੋਕਾਂ ਤੋਂ, ਦਾਜ ਬਣਾਉਂਦਾ ਕੁੱਬਾ ਹੋਇਆ ਧੀਆਂ ਲਈ। ਵਿੱਚ ਹਵਾਵਾਂ ਹੂਕਾਂ ਕੂਕਾਂ ਚੀਕਾਂ ਨੇ, ਫਿਰ ਕੋਈ ਮੇਰੇ ਵਰਗਾ ਮੋਇਆ ਧੀਆਂ ਲਈ। ਤੇ ਫਜ਼ਲ ਤੋਂ ਲੈ ਕੇ ਸ਼ਾਮਾਂ ਤੀਕਰ ਸੜਕਾਂ 'ਤੇ ਓਏ ਲੂੰ ਲੂੰ ਮੁੜ ਕੇ ਵਿੱਚ ਲੁਕੋਇਆ ਧੀਆਂ ਲਈ। ਤੇ ਬਾਬਾ ਲੋਕੀ ਤੇਲ ਚੋਂਦੇ ਸ਼ਗਨਾਂ 'ਤੇ, ਮਜ਼ਦੂਰਾਂ ਨੇ ਮੁੜਕਾ ਚੋਇਆ ਧੀਆਂ ਲਈ। ਸਦੀਆਂ ਹੋਈਆਂ ਹੁਣ ਤੱਕ ਲੱਭਦਾ ਰਹਿਣਾ ਹਾਂ, ਹੈ ਕੋਈ ਬਾਬਲ ਜੋ ਨਹੀਂ ਰੋਇਆ ਧੀਆਂ ਲਈ। ਸੋ ਆਪ ਸਭ ਸੰਗਤਾਂ ਨੇ ਦੇਖਿਆ ਹੈ ਕਿ ਫਿਰ ਵੀ ਇਹ ਭੈਣਾਂ ਆਪਣੀ ਜਿਹੜੀ ਮਨ ਦੀ ਜਿਹੜੀ ਹੈਗੀ ਇਹ ਬਲਵਾਨਤਾ ਉਹਨੂੰ ਛੱਡ ਨਹੀਂ ਰਹੀਆਂ ਨੇ, ਆਪਣੇ ਮਨ ਨੂੰ ਤਕੜਾ ਕੀਤਾ, ਇਹ ਹਾਲਾਤਾਂ ਦੇ ਨਾਲ ਜੂਝ ਰਹੇ ਨੇ। ਸੋ ਇਹ ਚੜ੍ਹਦੀ ਕਲਾ ਦਾ ਪ੍ਰਤੀਕ ਹੈ, ਤੇ ਇਹ ਚੜ੍ਹਦੀ ਕਲਾ ਦਾ ਪ੍ਰਤੀਕ ਹੋਰ ਵੀ ਵੱਧ ਸਕਦਾ ਹੈ ਗੁਰੂ ਪਿਆਰੀ ਸਾਧ ਸੰਗਤ ਜੀ, ਜੇ ਆਪ ਇਸੇ ਹੀ ਤਰ੍ਹਾਂ ਇਹਨਾਂ ਦਾ ਸਾਥ ਦਿੰਦੇ ਰਹੋਗੇ। ਆਪ ਨੇ ਦੇਖ ਹੀ ਲਿਆ ਸਾਰਿਆਂ ਪਰਿਵਾਰਾਂ ਦੇ ਜਿਹੜੇ ਹਾਲਾਤ ਨੇ ਉਹ ਕਿੰਨੇ ਵਿਖੜੇ ਨੇ। ਦੂਸਰਾ ਸਾਨੂੰ ਸਰਕਾਰਾਂ ਮਾਰੀ ਜਾ ਰਹੀਆਂ ਨੇ। ਕੁਝ ਇੱਕ ਮਾਹੌਲ ਇੰਨਾ ਮਹਿੰਗਾਈ ਦਾ ਇੰਨਾ ਦੌਰ ਹੈ, ਬੰਦਾ 2 ਵਕਤ ਦੀ ਰੋਟੀ ਖਾਣੀ ਹੀ ਦਾ ਹੀ ਮੁਹਤਾਜ ਹੋਇਆ ਪਿਆ ਹੈ। ਫਿਰ ਦਿਹਾੜੀ ਦੱਪਾ ਸਾਰੇ ਮਿਹਨਤ ਮਜ਼ਦੂਰੀ ਕਰਦੇ ਨੇ, ਪਤਾ ਨਹੀਂ ਅੱਜ ਮਿਲਣੀ ਹੈ ਤੇ ਕੱਲ੍ਹ ਨੂੰ ਨਹੀਂ ਮਿਲਣੀ ਹੈ, ਪਰ ਬੰਦੇ ਦੇ ਖਰਚੇ ਥੋੜ੍ਹਾ ਘੱਟਦੇ ਨੇ। ਜੇ ਕੋਈ ਮਜ਼ਦੂਰ ਅੱਜ ਕੰਮ 'ਤੇ ਨਹੀਂ ਗਿਆ, ਦਿਹਾੜੀ ਟੁੱਟ ਗਈ ਹੈ, ਪਰ ਉਹਦੇ ਬੱਚੇ ਨੇ ਰੋਟੀ ਤਾਂ ਖਾਣੀ ਹੈ ਨਾ 2 ਵਕਤ ਦੀ।
ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਜੇ ਆਪ ਸਭ ਸੰਗਤਾਂ ਇਦਾਂ ਹੀ ਹੋਰ ਸਹਿਯੋਗ ਕਰਨ ਤੇ ਇਹ ਪਰਿਵਾਰ ਫਿਰ ਤੰਦਰੁਸਤ ਹੋ ਕੇ ਤੇ ਆਪਣੇ ਪਰਿਵਾਰ ਦਾ ਸਾਥ ਦੇ ਸਕਦੇ ਨੇ। ਜਿਵੇਂ ਭੈਣ ਹਰਜਿੰਦਰ ਕੌਰ ਹੁਣੀ ਆਪ ਸਭ ਸੰਗਤਾਂ ਨੂੰ ਦੱਸਿਆ ਕਿ ਉਹਨਾਂ ਦੇ ਘਰ ਵਾਲੇ ਜਿਹੜੇ ਸੀ ਉਹ ਗੁਜ਼ਰ ਗਏ ਸੀ ਤੇ ਆਪ ਮਿਸਤਰੀਆਂ ਮਗਰ ਜਾ ਕੇ ਮਜ਼ਦੂਰੀ ਕਰਦੇ ਸੀ। ਦੇਖੋ ਕਿੰਨੇ ਕਮਾਲ ਦੀ ਗੱਲ ਏ, ਜਦੋਂ ਬੰਦੇ ਦੀ ਗਰੀਬੀ ਹੁੰਦੀ ਹੈ ਉਹ ਕੋਈ ਵੀ ਰਾਹ ਚੁਣ ਲੈਂਦਾ ਏ। ਪਰ ਸਲਾਮ ਕਰਦੇ ਹਾਂ ਭੈਣ ਹਰਜਿੰਦਰ ਕੌਰ ਦੀ ਸੋਚ ਨੂੰ ਕਿ ਉਹਨਾਂ ਨੇ ਆਪਣੇ ਮਨ ਦਾ ਹੱਥ ਨਹੀਂ ਛੱਡਿਆ ਤੇ ਆਪ ਬੰਦਿਆਂ ਵਾਂਗੂ ਜਾ ਕੇ ਮਿਸਤਰੀਆਂ ਮਗਰ ਕੰਮ ਕੀਤਾ। ਸੋ ਮੈਂ ਸਲਾਮ ਕਰਦਾ ਹਾਂ ਭੈਣ ਹਰਜਿੰਦਰ ਕੌਰ ਹੁਣਾਂ ਦੀ ਸੋਚ ਨੂੰ, ਉੱਥੇ ਭੈਣ ਪਲਵਿੰਦਰ ਕੌਰ ਹੁਣੀ ਵੀ ਜਿਨ੍ਹਾਂ ਨੇ ਆਪਣੇ ਮਨ ਦਾ ਹੱਥ ਨਹੀਂ ਛੱਡਿਆ